ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਇਸ ਬੁਲੇਟਿਨ ਦੇ ਵਿੱਚ ਹਰ ਵੱਡੀ ਅਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ, ਪਰ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਦਿੱਲੀ ਬਲਾਸਟ ਮਾਮਲੇ ਤੋਂ, ਜੋ ਇੱਕ ਵੱਡਾ ਧਮਾਕਾ ਹੋਇਆ। ਅੱਤਵਾਦੀ ਇਹ ਹਮਲਾ ਸੀ, ਇਹ ਹੁਣ ਕੇਂਦਰ ਨੇ ਵੀ ਪੁਸ਼ਟੀ ਕਰ ਦਿੱਤੀ ਹੈ। ਤਾਂ ਜਿਸ ਤੋਂ ਬਾਅਦ ਇਸ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ, ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਕਿ ਕਿਵੇਂ ਇਸ ਸਾਰੇ ਬਲਾਸਟ ਦੀ ਪਲੈਨਿੰਗ ਕੀਤੀ ਗਈ, ਕਿਉਂਕਿ ਇਹ ਅਜਿਹਾ ਨਹੀਂ ਸੀ ਕਿ ਅੱਜ ਇਹ ਘੜਿਆ ਗਿਆ और उस तो बाद कल जाके ब्लास्ट कर देता, धमाका कर देता, ये हमला कर देता, बल्कि इसके पिछे लंबे समय की प्लैनिंग जिहड़ी आ की जा रही सी। और वो सारियां जुगतां कित्थे घड़ियां गईयां, उसनूं लैके ये वड्डा खुलासा होया। तो शुरुआत इस खबर तो करांगे। दिल्ली ब्लास्ट मामले की जांच विच वड्डा खुलासा होया। फरीदाबाद की अल फलाह यूनिवर्सिटी है जिथों की सारी प्लैनिंग की जा रही सी। अल फलाह यूनिवर्सिटी ਦਾ ਇਹ ਕਮਰਾ ਨੰਬਰ 13 ਟੈਰਰ ਹਬ ਬਣਿਆ ਹੈ। ਦੱਸ ਦਈਏ ਕਿ ਬਿਲਡਿੰਗ 17 ਤੋਂ ਇਹ ਸਾਰੀ ਜਿਹੜੀ ਹੈ ਉਹ ਦਿੱਲੀ ਬਲਾਸਟ ਦੀ ਸਾਜ਼ਿਸ਼ ਹੋ ਰਹੀ ਸੀ। ਡਾਕਟਰ ਮੁਜ਼ਮਿਲ ਦੇ ਕਮਰੇ ਤੋਂ ਡਿਜੀਟਲ ਡਿਵਾਈਸ ਬਰਾਮਦ ਹੋਈ ਹੈ। ਸੁਰੱਖਿਆ ਏਜੰਸੀਆਂ ਦੇ ਹੱਥ ਦੱਸਦੀ ਕਿ ਡਾਇਰੀ ਲੱਗੀ ਹੈ। ਤਾਂ ਕਮਰਾ ਨੰਬਰ 13 ਜਿੱਥੋਂ ਮੁਜ਼ਮਿਲ ਡਾਕਟਰ ਮੁਜ਼ਮਿਲ ਅਤੇ ਉਮਰ ਦੀ ਡਾਇਰੀ ਵੀ ਮਿਲੀ ਹੈ। ਤਾਂ ਡਾਇਰੀ ਦੇ ਕਈ ਰਾਜ਼ ਜਿਹੜੇ ਨੇ ਡਾਇਰੀ ਤੋਂ ਖੁੱਲਣਗੇ। ਡਾਇਰੀ ਦੇ ਵਿੱਚ ਕੀ ਕੁਝ ਲਿਖਿਆ ਗਿਆ, ਜ਼ਿਕਰ ਹੋਇਆ, ਇਹ ਆਉਣ ਵਾਲੇ ਸਮਿਆਂ ਦੇ ਵਿੱਚ ਖੁਲਾਸੇ ਹੋਣਗੇ। ਤਾਂ ਪੁਲਿਸ ਨੇ ਡਾਕਟਰ ਮੁਜ਼ਮਿਲ ਦੇ ਕਮਰੇ ਨੂੰ ਸੀਜ਼ ਕਰ ਦਿੱਤਾ ਹੈ। ਆਪਣੇ ਆਪ ਦੇ ਵਿੱਚ ਬੇਹੱਦ ਅਹਿਮ ਹੈ ਕਿ ਕਿਸ ਤਰੀਕੇ ਅਲ ਫਲਾਹ ਯੂਨੀਵਰਸਿਟੀ ਦੇ ਵਿੱਚ ਸਾਰੀ ਸਾਜ਼ਿਸ਼ ਕਰੀ ਜਾ ਰਹੀ ਸੀ। ਡਾਕਟਰ ਮੁਜ਼ਮਿਲ ਦੇ ਕਮਰੇ ਤੋਂ ਡਿਜੀਟਲ ਡਿਵਾਈਸ ਬਰਾਮਦ ਹੋਇਆ। ਉਸ ਦੇ ਵਿੱਚ ਵੀ ਹੋ ਸਕਦਾ ਹੈ ਇਹਨਾਂ ਦੇ ਆਕਾਮਾਂ ਦਾ ਜ਼ਿਕਰ ਹੋਵੇ ਕਿ ਕਿੱਥੋਂ ਇਹਨਾਂ ਨੂੰ ਇਸ਼ਾਰਾ ਮਿਲਿਆ ਔਰ ਉਸ ਤੋਂ ਬਾਅਦ ਕਿਵੇਂ ਇਹਨਾਂ ਦੇ ਵੱਲੋਂ ਇਹ ਸਾਰਾ ਸਾਜ਼ਿਸ਼ ਜਿਹੜੀ ਹੈ ਘੜੀ ਗਈ, ਕਿਸ ਤਰੀਕੇ ਇਹ ਕੰਮ ਕਰ ਰਹੇ ਸਨ, ਕਿੱਥੋਂ ਕੀ ਜੋ ਇਹਨਾਂ ਨੂੰ ਮਦਦ ਮਿਲੀ ਹੈ, ਕਿਉਂਕਿ ਇੱਕ ਵੱਡਾ ਧਮਾਕਾ ਹੋਇਆ। ਹਾਲਾਂਕਿ ਇਹ ਵੀ ਤੁਹਾਨੂੰ ਯਾਦ ਕਰਾ ਦਈਏ ਕਿ ਫਰੀਦਾਬਾਦ ਦੇ ਵਿੱਚ 2900 ਕਿਲੋ ਜਦੋਂ ਵਿਸਫੋਟਕ ਬਰਾਮਦ ਹੁੰਦਾ ਹੈ, ਉਸ ਤੋਂ ਬਾਅਦ ਅਗਲੇ ਹੀ ਪਲ ਯਾਨੀ ਕਿ ਸਵੇਰੇ ਇਹ ਬਰਾਮਦਗੀ ਹੋਈ, ਸ਼ਾਮ ਨੂੰ ਇਹ ਧਮਾਕਾ ਹੋਇਆ। ਤਾਂ ਉਸ ਵੇਲੇ ਅੰਦਾਜ਼ਾ ਲੱਗ ਰਿਹਾ ਸੀ ਕਿ ਕੋਈ ਨਾ ਕੋਈ ਵੱਡੀ ਸਾਜ਼ਿਸ਼ ਜਿਹੜੀ ਆ ਉਹ ਘੜੀ ਜਾ ਰਹੀ ਹੈ। ਆਪਣੇ ਆਪ ਦੇ ਵਿੱਚ ਬੇਹੱਦ ਅਹਿਮ ਖੁਲਾਸੇ ਹੋ ਰਹੇ ਨੇ। ਤਾਂ ਕਮਰਾ ਨੰਬਰ 13 ਦਾ ਹੁਣ ਜ਼ਿਕਰ ਹੋ ਰਿਹਾ ਹੈ, ਜਿੱਥੇ ਕਿ ਡਾਕਟਰ ਮੁਜ਼ਮਿਲ ਅਤੇ ਡਾਕਟਰ ਉਮਰ ਦੀ ਡਾਇਰੀ ਵੀ ਮਿਲੀ ਹੈ। ਉਸੇ ਕਮਰੇ ਦੇ ਵਿੱਚ ਦੱਸ ਦਈਏ ਕਿ ਇਹ ਸਾਰੀ ਪਲੈਨਿੰਗ ਘੜੀ ਗਈ ਹੈ। ਤਾਂ ਦਿੱਲੀ ਬਲਾਸਟ ਦਾ ਜ਼ਿਕਰ ਕਰ ਰਹੇ ਹਾਂ। ਉਮਰ ਅਤੇ ਮੁਜ਼ਮਿਲ ਦੀ ਡਾਇਰੀ ਜਿਹੜੀ ਹੈ ਰਾਸ ਖੋਲੇਗੀ। ਟੈਰਰ ਹਬ ਬਣਿਆ ਹੈ, ਯਾਨੀ ਕਿ ਇਹ ਅਜਿਹਾ ਨਹੀਂ ਹੈ ਕਿ ਪੁਲਵਾਮਾ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਇਸ ਦੀ ਪਲੈਨਿੰਗ ਹੋਈ ਹੋਵੇ। ਫਰੀਦਾਬਾਦ ਦੇ ਵਿੱਚ ਇਸ ਦੀ ਪਲੈਨਿੰਗ ਹੋਈ ਹੈ। ਹਰਿਆਣਾ ਦੇ ਫਰੀਦਾਬਾਦ ਨੂੰ ਇਸ ਦਾ ਗੜ ਮੰਨਿਆ ਜਾ ਸਕਦਾ ਹੈ। ਉੱਥੋਂ ਹੀ ਜਾ ਕੇ ਸਾਰੀ ਪਲੈਨਿੰਗ ਕੀਤੀ ਗਈ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਧਮਾਕਾ ਹੋਇਆ। ਬਹੁਤ ਸੌਖਾ ਅਸੀਂ ਕਹਿ ਸਕਦੇ ਹਾਂ ਇਹ ਨਹੀਂ ਹੋਏਗਾ। ਸੁਭਾਵਿਕ ਤੌਰ ਤੇ ਜਿਸਨੇ ਕਦੇ ਕੋਈ ਕਾਲਾ ਕਾਰਨਾਮਾ ਅਜਿਹਾ ਕਰਨਾ ਹੁੰਦਾ ਹੈ, ਕਿਸੇ ਸਾਜ਼ਿਸ਼ ਨੂੰ ਵੱਡੀ ਅੰਜਾਮ ਦੇਣਾ ਹੁੰਦਾ ਹੈ, ਕਿਉਂਕਿ ਪੈਰ ਤੇ ਏਜੰਸੀਆਂ, ਪੈਰ ਤੇ ਅਜਿਹੀਆਂ ਗੁਪਤ ਸੂਚਨਾਵਾਂ ਸੁਭਾਵਿਕ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲਦੀਆਂ ਨੇ, ਸਾਡੇ ਦਸਤਿਆਂ ਨੂੰ ਮਿਲਦੀਆਂ ਨੇ, ਜਿਸ ਤੋਂ ਬਾਅਦ ਇਹਨਾਂ ਨੂੰ ਲੁਕਣਾ ਛਿਪਣਾ ਵੀ ਔਖਾ ਹੋ ਜਾਂਦਾ ਹੈ ਜਿਹੜੇ ਅਜਿਹੇ ਲੋਕ ਹੁੰਦੇ ਨੇ। ਪਰ ਅਜਿਹੇ ਦੇ ਵਿੱਚ ਕਿਉਂਕਿ ਇੱਕ ਵੱਡੀ ਐਗਜ਼ਾਮਪਲ ਅਸੀਂ ਇਹ ਵੀ ਵੇਖ ਸਕਦੇ ਹਾਂ ਜਦੋਂ ਫਰੀਦਾਬਾਦ ਦੇ ਵਿੱਚ 2900 ਕਿਲੋ ਵਿਸਫੋਟਕ ਜਿਹੜਾ ਬਰਾਮਦ ਹੁੰਦਾ ਹੈ, ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਜ਼ਿਕਰਯੋਗ ਹੈ ਕਿ ਜੇਕਰ ਇਹ ਵਿਸਫੋਟਕ ਬਰਾਮਦ ਨਾ ਹੁੰਦਾ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਜਿਹੜਾ ਇਸ ਨੂੰ ਲੈ ਕੇ ਸਾਜ਼ਿਸ਼ ਜਿਹੜੀ ਹੋ ਸਕਦੀ ਸੀ ਔਰ ਬਹੁਤ ਵੱਡਾ ਘਾਟਾ ਪੈ ਸਕਦਾ ਸੀ। पर किते ना किते बहुत बड़े खुलासे हो रहे हैं। आनंद तिवारी ने मेरे से होगी फोन लाइन थे। आनंद, क्या कुछ आपके पास जानकारी, क्योंकि डायरी का जिक्र हो रहा, कमरा नंबर 13 का जिक्र हो रहा, जहां पर ये पूरी प्लानिंग रची गई, और उसके बाद और क्या कुछ? देखिए, सुरक्षा एजेंसियों के हाथ डॉक्टर उमर और डॉक्टर मुजम्मिल की 2 डायरियां लगी हैं, जिससे कि जो दिल्ली धमाका है उसके तार जो है वो खंगाले जा रहे हैं। ये डायरी मंगलवार और बुधवार को जो अल फलाह यूनिवर्सिटी के कैंपस के अंदर मिली है और इसमें ऑपरेशन शब्द का इस्तेमाल किया गया है। ये ऑपरेशन शब्द को डिकोड करने में जांच एजेंसियां जुटी हुई हैं। यहाँ पर एक रूम नंबर 13 था बिल्डिंग नंबर 17 में, जिसमें रूम नंबर 13 में ऐसी बहुत सारी सस्पिशियस गतिविधियां होती थी, जो स्टूडेंट ने बताया है जांच एजेंसियों को। रात में यहाँ पर बहुत सारे लोग आते थे। तो क्या यहाँ पर कोई टेरर आउटफिट का कोई एक कैंप बना रखा था इस यूनिवर्सिटी को, या इस रूम के अंदर क्या कोई आतंकी मीटिंग्स होती थी? और इसमें ये भी सामने आया कि सेशन ऐप जो है उसके जरिए तमाम लोग जो है अपने हैंडलर से बातचीत करते थे। तो अब ये जो डायरी मिली है इनको डिकोड करने की कोशिश की जा रही है।
ठीक है, शुक्रिया अनंत जानकारी के लिए। ਤਾਂ ਕੁੱਲ ਮਿਲਾ ਕੇ ਅਲ-ਫਲਾਹ ਯੂਨੀਵਰਸਿਟੀ ਤੋਂ ਪਲੈਨਿੰਗ ਹੋਈ ਹੈ, ਯਾਨੀ ਕਿ ਉੱਥੇ ਪਾਰਕਿੰਗ ਦੇ ਵਿੱਚ ਵੀ ਉਹ ਗੱਡੀ ਖੜੀ ਰਹੀ ਜਿਸ ਦੇ ਵਿੱਚ ਧਮਾਕਾ ਹੋਇਆ। ਉਸ ਤੋਂ ਬਾਅਦ ਹੀ ਅੰਦਾਜ਼ਾ ਲੱਗ ਰਿਹਾ ਸੀ ਕਿ ਆਖਰਕਾਰ ਇੰਨੀ ਵੱਡੀ ਕਿਸ ਪੱਧਰ ਤੇ ਕੁਤਾਹੀ ਕਿਉਂ ਵਰਤੀ ਗਈ ਹੈ। ਤਾਂ ਦਿੱਲੀ ਬਲਾਸਟ ਦੀ ਫੰਡਿੰਗ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋ ਰਹੇ ਨੇ, ਇਸ ਦਾ ਵੀ ਜ਼ਿਕਰ ਕਰਾਂਗੇ ਕਿਉਂਕਿ ਪੈਸਾ ਚਾਹੀਦਾ ਹੁੰਦਾ ਹੈ ਜਦੋਂ ਇਸ ਤਰੀਕੇ ਦੀ ਸਾਜ਼ਿਸ਼ ਜਿਹੜੀ ਹੈ ਘੜੀ ਜਾ ਰਹੀ ਹੋਵੇ। ਤਾਂ ਅਤਵਾਦੀਆਂ ਨੇ ਧਮਾਕੇ ਦੇ ਲਈ 20 ਲੱਖ ਰੁਪਏ ਜੁਟਾਏ ਨੇ। ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਹੈ। ਡਾਕਟਰ ਮੁਜ਼ਮਿਲ ਔਰ ਅਦੀਲ ਡਾਕਟਰ ਉਮਰ ਸ਼ਾਹੀਨ ਨੇ ਦੱਸੀ ਕਿ 20 ਲੱਖ ਰੁਪਏ ਜੁਟਾਏ ਨੇ। ਅਤਵਾਦੀਆਂ ਨੇ ਗੁਰਗ੍ਰਾਮ ਤੇ ਨੂੰ ਤੋਂ ਇਹ ਫਰਟੀਲਾਈਜ਼ਰ ਜਿਹੜਾ ਹੈ ਉਹ ਖਰੀਦਿਆ ਸੀ। 3 ਲੱਖ ਰੁਪਏ ਦੇ ਵਿੱਚ 20 ਕੁਇੰਟਲ फर्टिलाइजर खरीदिया गया। सोर्सिस के हवाले तो जानकारी मिल रही है। डॉक्टर उमर ते डॉक्टर मुजम्मिल दे विच दसदे कि पैसों का विवाद भी सी, ਤਾਂ ਇਹਨਾਂ ਦਾ ਪੈਸਿਆਂ ਦਾ ਵਿਵਾਦ ਵੀ ਹੁਣ ਇਸ ਦਾ ਜ਼ਿਕਰ ਹੋ ਰਿਹਾ ਹੈ ਕਿਉਂਕਿ 20 ਲੱਖ ਰੁਪਏ ਦੀ ਰਕਮ ਹੈ ਔਰ ਜਿੱਥੇ ਇਹ ਸਾਜ਼ਿਸ਼ਾਂ ਕਰ ਰਹੇ ਸਨ, ਜਿੱਥੇ ਇਸ ਤਰੀਕੇ ਦੇ ਨਾਲ ਮਨਸੂਬੇ ਜਿਹੜੇ ਇਹਨਾਂ ਦੇ ਕਾਲੇ ਮਨਸੂਬੇ ਇਹਨਾਂ ਨੇ ਜਿਨ੍ਹਾਂ ਨੂੰ ਅਸੀਂ ਕੁਝ ਹੱਦ ਤੱਕ ਕਹਿ ਸਕਦੇ ਹਾਂ ਕਿ ਇੱਕ ਸਮੇਂ ਤੱਕ ਆ ਕੇ ਹੁਣ ਅੰਜਾਮ ਵੀ ਦਿੱਤਾ ਹੈ, ਤਾਂ ਉਸ ਦੇ ਚੱਲਦੇ ਇਹਨਾਂ ਦੇ ਪੈਸਿਆਂ ਦਾ ਵਿਵਾਦ ਵੀ ਸੀ। ਤਾਂ ਸੋਰਸਿਸ ਇਹ ਵੀ ਜਾਣਕਾਰੀ ਦੇ ਰਹੇ ਨੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਾਤਰਾ ਹੈ 20 ਕੁਇੰਟਲ ਫਰਟੀਲਾਈਜ਼ਰ ਜੋ 3 ਲੱਖ ਰੁਪਏ ਦੇ ਵਿੱਚ ਖਰੀਦਿਆ ਗਿਆ ਸੀ। ਤਾਂ ਹੁਣ ਉੱਥੇ ਵੀ ਉਸ ਪੱਧਰ ਤੇ ਵੀ ਜਾਂਚ ਹੋਏਗੀ ਕਿਉਂਕਿ ਇਸੇ ਦੀ ਵਰਤੋਂ ਕਰਕੇ ਅੱਗੇ ਜਿਹੜਾ ਵਿਸਫੋਟਕ ਹੈ ਉਹ ਬਣਾਇਆ ਗਿਆ ਔਰ ਉਸ ਤੋਂ ਬਾਅਦ ਇਹ ਬਲਾਸਟ ਕੀਤਾ ਗਿਆ ਹੈ। ਤਾਂ ਫੰਡਿੰਗ ਜਿਹੜੀ ਹੈ ਉਹ ਕਿੱਥੋਂ ਕਿੱਥੋਂ ਹੋਈ ਹੈ, ਸਾਰੀਆਂ ਚੀਜ਼ਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋਣਗੇ। ਤਾਂ ਦਿੱਲੀ ਬਲਾਸਟ ਮਾਮਲੇ 'ਚ ਸ਼ੱਕੀ ਲਾਲ ਕਾਰ ਦਾ ਵੀ ਕੱਲ ਤੋਂ ਜ਼ਿਕਰ ਹੋ ਰਿਹਾ ਹੈ। ਦੇਖੋ 10 ਨਵੰਬਰ ਨੂੰ ਵੱਡਾ ਧਮਾਕਾ ਹੁੰਦਾ ਹੈ, ਉਦੋਂ ਤੱਕ i20 ਕਾਰ ਦਾ ਜ਼ਿਕਰ ਹੋਇਆ, ਪਰ ਹੁਣ ਸ਼ੱਕੀ ਲਾਲ ਕਾਰ ਦਾ ਵੀ ਜ਼ਿਕਰ ਹੋ ਰਿਹਾ ਹੈ। ਫਰੀਦਾਬਾਦ ਦਾ ਪਿੰਡ ਹੈ, ਦੱਸਿਏ ਕਿ ਖੰਦਵਾੜੀ ਜਿੱਥੇ ਕਿ ਕਾਰ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ ਰਾਤ ਤੋਂ ਹੀ NSG ਅਤੇ NIA ਅਤੇ ਪੁਲਿਸ ਟੀਮਾਂ ਜਿਹੜੀਆਂ ਨੇ ਜਾਂਚ ਕਰ ਰਹੀਆਂ ਨੇ। ਤਾਂ ਦਿੱਲੀ ਨੰਬਰ ਹੈ 10CK 0458 ਇਹ ਨੰਬਰ ਦੀ ਜਿਹੜੀ ਲਾਲ ਕਾਰ ਇਕੋ ਸਪੋਰਟ ਕਾਰ ਹੁਣ ਮਿਲ ਗਈ ਹੈ। ਇੱਕ ਸ਼ੱਕੀ ਨੂੰ ਵੇਸਟ ਗ੍ਰਿਫਤਾਰ ਕੀਤਾ ਗਿਆ ਜੋ ਪਿਛਲੀ ਸੀਟ ਤੇ ਲੇਟਿਆ ਹੋਇਆ ਸੀ। ਸ਼ੱਕੀ ਕਾਰ ਦਾ ਉਮਰ ਦੇ ਨਾਤੇ ਫਾਸਟੈਗ ਰਜਿਸਟਰਡ ਹੈ। ਦੱਸਦੇ ਕਿ ਕਾਰ ਨੂੰ ਅਜੇ ਲਿਜਾਇਆ ਨਹੀਂ ਗਿਆ ਹੈ, ਕਾਰ ਅਜੇ ਵੀ ਫਰੀਦਾਬਾਦ ਦੇ ਵਿੱਚ ਹੀ ਹੈ। ਰਾਤ ਭਰ ਤੋਂ ਉਸ ਦੀ ਜਾਂਚ ਹੋ ਰਹੀ ਸੀ। ਭਾਰੀ ਪੁਲਿਸ ਬਲ ਤੈਨਾਤ ਉੱਥੇ ਇਸ ਕਰਕੇ ਵੀ ਅਸੀਂ ਕਹਿ ਸਕਦੇ ਕੀਤਾ ਗਿਆ ਕਿਉਂਕਿ ਸੁਭਾਵਿਕ ਤੌਰ ਤੇ ਜਦੋਂ ਇਹ ਗੱਡੀ ਦੀ ਭਾਲ ਹੋ ਰਹੀ ਹੈ, ਜਦੋਂ ਇਸ ਦਾ ਫਾਸਟੈਗ ਦਾ ਨੰਬਰ ਉਮਰ ਦੇ ਨਾਂ ਤੇ ਹੈ, ਤਾਂ ਫਿਰ ਇਸ ਦੇ ਵਿੱਚ ਕੋਈ ਨਾ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ। ਕਿਸੇ ਨੂੰ ਵੀ ਗੱਡੀ ਦੇ ਕੋਲ ਜਾਣ ਨਹੀਂ ਦਿੱਤਾ ਜਾ ਰਿਹਾ ਸੁਰੱਖਿਆ ਦੇ ਲਿਹਾਜ਼ ਦੇ ਨਾਲ, ਅਸੀਂ ਇਹ ਕਹਿ ਸਕਦੇ ਹਾਂ ਕਿਉਂਕਿ ਇਸ ਦੇ ਵਿੱਚ ਕੀ ਕੁਝ ਹੋਏਗਾ ਇਸ ਨੂੰ ਲੈ ਕੇ ਸਾਰੀ ਰਾਤ ਤੋਂ ਜਾਂਚ ਚੱਲ ਰਹੀ ਹੈ। ਲਾਲ ਕਲਰ ਦੀ ਇੱਕ ਗੱਡੀ ਲਗਾਤਾਰ ਇਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਫਰੀਦਾਬਾਦ ਦੇ ਵਿੱਚ ਹੀ ਇਸ ਵੇਲੇ, ਔਰ ਇਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਇਹ ਤਸਵੀਰ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਖਾਸ ਹੈ ਕਿਉਂਕਿ ਜਿੱਥੇ i20 ਕਾਰ ਉਹ ਤਾਂ ਪੂਰੀ ਤਰ੍ਹਾਂ ਦੇ ਨਾਲ ਬਲਾਸਟ ਹੋ ਚੁੱਕੀ ਹੈ, ਉਸ ਦਾ ਤਾਂ ਅਸੀਂ ਕਹਿ ਸਕਦੇ ਹਾਂ ਨਾਮੋ ਨਿਸ਼ਾਨ ਵੀ ਨਹੀਂ ਰਿਹਾ ਕਿਉਂਕਿ ਬਾਕੀ ਹੋਰ ਕਾਰਾਂ ਜਿਹੜੀਆਂ ਨਾਲ ਖੜੀਆਂ ਸਨ, ਦੂਰ ਦੂਰ ਤੱਕ ਖੜੀਆਂ ਸਨ, ਉਹ ਤੱਕ ਨੁਕਸਾਨੀਆਂ ਗਈਆਂ ਨੇ। ਤਾਂ ਫਿਰ ਉਹ ਗੱਡੀ ਜਿਸ ਦੇ ਵਿੱਚ ਉਹਨੇ ਭਾਰੀ ਮਾਤਰਾ ਦੇ ਵਿੱਚ ਵਿਸਫੋਟਕ ਹੋਏਗਾ, ਜੋ ਧਮਾਕੇ ਵਾਲੀ ਸਮੱਗਰੀ ਸੀ ਉਹ ਹੋਏਗੀ, ਤਾਂ ਫਿਰ ਬਾਕੀਆਂ ਕਾਰਾਂ ਦਾ ਕੀ ਹਾਲ? ਤਾਂ ਡਾਕਟਰ ਉਮਰ ਦੀ ਦਹਿਸ਼ਤੀ ਰੂਟ ਦਾ ਅਸੀਂ ਜ਼ਿਕਰ ਜ਼ਰੂਰ ਕਰਾਂਗੇ ਕਿਉਂਕਿ ਜਿਸ ਤਰੀਕੇ ਹਾਲਾਤ ਬਣੇ ਫਰੀਦਾਬਾਦ ਤੋਂ ਮੇਵਾਤ ਜਿਹੜਾ ਹੈ ਉਹ ਇਹ ਗਿਆ ਹੈ, ਯਾਨੀ ਕਿ ਸਿੱਧੇ ਤੌਰ ਤੇ ਜੋ ਦੋ ਸੂਬੇ ਨੇ, ਇੱਕ ਪਾਸੇ ਦਿੱਲੀ ਇੱਕ ਪਾਸੇ ਹਰਿਆਣਾ, ਤਾਂ ਮੇਵਾਤ ਤੋਂ ਨੂੰ ਦੇ ਫਿਰੋਜ਼ਪੁਰ ਚਿਰਕਾ ਜਿਹੜਾ ਹੈ ਉਹ ਗਿਆ ਹੈ। ਡਾਕਟਰ ਉਮਰ ਦਾ ਅਸੀਂ ਦਹਿਸ਼ਤੀ ਰੂਟ ਦੱਸ ਰਹੇ ਹਾਂ ਕਿਉਂਕਿ ਉਹ ਗੱਡੀ ਦੇ ਵਿੱਚ ਹੀ ਮੌਜੂਦ ਸੀ। 3 ਘੰਟੇ ਤੱਕ ਇੰਤਜ਼ਾਰ ਵੀ ਉਹ ਕਰਦਾ ਰਿਹਾ। ਦਿੱਲੀ ਮੁੰਬਈ ਐਕਸਪ੍ਰੈਸ ਵੇ ਤੋਂ ਦਿੱਲੀ ਵੱਲ ਜਿਹੜੀ ਹੈ ਉਸ ਦੀ ਵਾਪਸੀ ਹੋਈ, ਉਸ ਤੋਂ ਬਾਅਦ ਉਹ ਅੱਗੇ ਵੱਲ ਨੂੰ ਵਧਦਾ ਹੈ। ਦਿੱਲੀ ਮੁੰਬਈ ਐਕਸਪ੍ਰੈਸ ਤੇ ਢਾਬੇ ਤੇ ਉਸਨੇ ਜਿਹੜੀ ਹੈ ਉਹ ਰਾਤ ਗੁਜ਼ਾਰੀ, ਇੱਕ ਢਾਬੇ ਤੇ ਉਹ ਰੁਕਿਆ ਹੈ। ਤਾਂ ਦਿੱਲੀ ਧਮਾਕੇ ਦੇ ਮਾਮਲੇ ਦੇ ਵਿੱਚ ਦੱਸੀਏ ਕਿ ਰਾਤ ਨੂੰ ਕਾਰ ਦੇ ਅੰਦਰ ਹੀ ਉਹ ਸੌਂ ਗਿਆ, ਉਸ ਕਾਰ ਦੇ ਵਿੱਚ ਹੀ ਉਹ ਲੰਮਾ ਸਮਾਂ ਮੌਜੂਦ ਰਿਹਾ, ਕਰੀਬ 2 ਦਿਨ ਵੀ ਕਹੀਏ ਅਸੀਂ ਤਾਂ ਇਹ ਵੀ ਗਲਤ ਨਹੀਂ ਹੋਏਗਾ। ਰਾਤ ਨੂੰ ਕਾਰ ਦੇ ਵਿੱਚ ਹੀ ਸੌਂ ਗਿਆ। ਦਿੱਲੀ ਮੁੰਬਈ ਐਕਸਪ੍ਰੈਸ ਵੇ ਤੋਂ ਦੱਸਦੇ ਕਿ ਦਿੱਲੀ ਵਾਇਆ ਫਰੀਦਾਬਾਦ ਪਹੁੰਚਦਾ ਹੈ, ਉਸ ਤੋਂ ਬਾਅਦ ਉਹ ਫਰੀਦਾਬਾਦ ਪਹੁੰਚਿਆ ਹੈ ਔਰ ਉਸ ਫਰੀਦਾਬਾਦ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਵੀ ਉਹ ਕਾਰ ਖੜੀ ਰਹੀ ਹੈ, ਇਹ ਵੀ ਜਾਣਕਾਰੀ ਮਿਲੀ। ਵਾਇਆ ਫਰੀਦਾਬਾਦ ਬਦਰਪੁਰ ਰਾਹੀਂ ਦਿੱਲੀ ਦੇ ਵਿੱਚ ਉਹ ਦਾਖਲ ਹੁੰਦਾ ਹੈ ਔਰ ਉਸ ਤੋਂ ਬਾਅਦ ਮਸਜਿਦ ਦੇ ਵਿੱਚ ਵੀ ਉਹ ਰਿਹਾ ਹੈ। ਜੈਸ਼ ਦੀ ਮਹਿਲਾ ਕਮਾਂਡਰ ਡਾਕਟਰ ਸ਼ਾਹੀਨ ਸ਼ਾਹਿਦ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਸਿੱਧੇ ਤੌਰ ਤੇ ਇਸ ਦੀ ਵੀ ਇੱਕ ਵੱਡੀ ਭੂਮਿਕਾ ਹੈ ਔਰ ਜੈਸ਼ ਦੀ ਮਹਿਲਾ ਕਮਾਂਡਰ ਡਾਕਟਰ ਸ਼ਾਹੀਨ ਸ਼ਾਹਿਦ
ਇਸ ਦੀਆਂ ਵੀ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਸ਼ਮੂਲੀਅਤ ਰਹੀ ਹੈ। ਤਾਂ ਜੈਸ਼ ਦੀ ਇਹ ਮਹਿਲਾ ਵਿੰਗ ਖੜੀ ਕਰਨ ਤੇ ਕੰਮ ਜਿਹੜੀ ਹੈ ਉਹ ਕਰ ਰਹੀ ਸੀ ਔਰ ਯਾਨੀ ਕਿ ਇਸ ਦੇ ਵੱਲੋਂ ਇੱਕ ਪੂਰਾ ਅਮਲਾ ਤਿਆਰ ਕੀਤਾ ਜਾ ਰਿਹਾ ਸੀ, ਆਪਣੇ ਨਾਲ ਦੇ ਸਾਥੀ ਤਿਆਰ ਕੀਤੇ ਜਾ ਰਹੇ ਸਨ। ਜਿਹੜੀ ਮਹਿਲਾਵਾਂ ਇਸ ਦੇ ਵਿੱਚ ਸਨ ਤਾਂ ਸਿੱਧੇ ਤੌਰ ਤੇ LTTE ਯਾਨੀ ਕਿ ਸ਼੍ਰੀਲੰਕਾ ਅੱਤਵਾਦੀ ਸੰਗਠਨ ਦਾ ਜ਼ਿਕਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਸੰਬੰਧਿਤ ਲੇਖ ਵੀ ਇਹ ਪੜ੍ਹ ਚੁੱਕੀ ਸੀ। ਇਸ ਤਰੀਕੇ ਇਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਔਰ ਮਹਿਲਾ ਅੱਤਵਾਦੀਆਂ ਦੀ ਰਿਕਰੂਟਰ ਇਹ ਡਾਕਟਰ ਹੈ, ਯਾਨੀ ਕਿ ਮਹਿਲਾ ਅੱਤਵਾਦੀਆਂ ਨੂੰ ਇਹ ਤਿਆਰ ਕਰ ਰਹੀ ਸੀ ਔਰ ਇਸ ਦੇ ਵੱਲੋਂ ਦਿਖਾਵੇ ਦੇ ਲਈ ਦਵਾਖਾਨਾ ਖੋਲਣ ਦੀ ਜਿਹੜੀ ਹੈ ਯੋਜਨਾ ਬਣਾਈ ਗਈ ਸੀ। ਯਾਨੀ ਕਿ ਯੋਜਨਾ ਬਣਾ ਰਹੀ ਸੀ ਕਿ ਦਵਾਖਾਨਾ ਜਿਹੜਾ ਹੈ ਉਹ ਖੋਲਿਆ ਜਾਏਗਾ। ਮੁਸਲਿਮ ਕੁੜੀਆਂ ਨੂੰ ਜਿਹਾਦ ਦੇ ਵੱਲ ਧੱਕਣ ਦੀ ਸਾਜ਼ਿਸ਼ ਸੀ। ਤਾਂ ਇਹ ਜ਼ਿਕਰ ਇਸ ਦੇ ਵਿੱਚ ਹੋ ਰਿਹਾ ਹੈ, ਯਾਨੀ ਕਿ ਖੁਲਾਸੇ ਲਗਾਤਾਰ ਹੋ ਰਹੇ ਨੇ। ਕੋਈ ਇੱਕ ਨਹੀਂ, ਦੋ ਨਹੀਂ, ਬਲਕਿ ਕਈ ਇਸ ਦੇ ਵਿੱਚ ਕੜੀ ਦਰ ਕੜੀ ਜੁੜਦੀਆਂ ਨਜ਼ਰ ਆ ਰਹੀਆਂ ਨੇ। ਗਰੀਬ ਕੁੜੀਆਂ ਦੇ ਨਾਂ ਤੇ ਟ੍ਰੈਵਲ ਫੰਡਿੰਗ ਦੀ ਯੋजना ਜਿਹੜੀ ਹੈ वो की जा रही है। दानिल राठी मेरे नाल फोन लाइन पे मौजूद ने। अनिल, एक तो आपसे जानना चाहेंगे लाल कार के बारे में अपडेट कि क्या वो अभी भी वहीं पर खड़ी है, और दूसरा एक के बाद एक खुलासे हो रहे हैं किस तरीके से ये जो डॉक्टर जो किस तरीके से एक नया संगठन और मजबूत करने की तैयारी कर रहे थे और अपना पूरी तरह से ये जाल बिछा रहे थे। बिल्कुल, देखिए बात करी जाए इन आतंकवादी संगठन की तो ये उमर जो है जो कि दिल्ली बम ब्लास्ट के अंदर जिसमें मेन भूमिका जिसकी रही है, जो गाड़ी को लेके गया है यहाँ से और जो है वो मारा भी गया है इस बम ब्लास्ट के अंदर, उसी के नाम पर जो है वो ये इको स्पोर्ट्स गाड़ी रजिस्टर्ड बताई जा रही है, जो कि दिल्ली नंबर की गाड़ी है। और इसको फरीदाबाद पुलिस ने जो है स्पॉट किया खंदावली गांव में। फरीदाबाद के ही खंदावली गांव के अंदर ये गाड़ी है। पिछले रात को 6 बजे से यानी कि 12 घंटे के आसपास का जो है वो समय बीत चुका है। 12 घंटे से लगातार तमाम जांच एजेंसियां, चाहे फिर वो बॉम्ब स्क्वाड टीम हो, NSG की टीम हो या फिर डॉग स्क्वाड टीम हो, तमाम एजेंसियां जो है वो इस गाड़ी को खंगालने में जुटी है कि आखिरकार इस गाड़ी के अंदर कुछ किस तरीके का कोई विस्फोटक सामग्री ना हो। तो तमाम जांचों के बावजूद जो है वो, हालांकि अभी फाइनल स्टेज जो है वो इसकी बाकी है, FSL की टीम की बाकी है, और जैसे ही वो लोग हरी झंडी देंगे उसके पश्चात इस गाड़ी को यहाँ से जांच एजेंसी लेके जाएंगे। देखिए, एक बहुत बड़ा स्कैंडल जो है वो ये लोग चला रहे थे यहाँ पे लंबे समय से, और जिस तरीके से बताया जा रहा है कि लगभग 20 लाख रुपए भी इन लोगों ने जो है वो इस पूरे जो घटना को अंजाम देने के लिए जो है वो इकट्ठे किए। तो कह सकते हैं कि फिलहाल पूरे तरीके से जो है वो अभी भी जांच एजेंसियां जो है वो अलग अलग जगहों पर जो है वो इस पूरे मामले को लेकर के जांच में जुटी है। जी ठीक है, बहुत बहुत शुक्रिया तमाम जानकारी के लिए, धन्यवाद अनिल। ਤਾਂ ਇਹ ਅੱਤਵਾਦਾਂ ਮੈਡੀਕਲ ਨੈਟਵਰਕ ਅਸੀਂ ਇਸ ਦਾ ਜ਼ਿਕਰ ਕਰ ਰਹੇ ਹਾਂ ਕਿ ਕਿਵੇਂ ਅਲਫਲਾ ਯੂਨੀਵਰਸਿਟੀ ਦੇ ਵਿੱਚ ਇਸ ਦੀ ਸਾਜ਼ਿਸ਼ ਹੋਈ ਹੈ, ਕਿਵੇਂ ਉੱਥੇ ਘਾੜੇ ਕੜੇ ਜਾਂਦੇ ਰਹੇ, ਤੋਂ ਡਾਇਰੀ ਬਰਾਮਦ ਹੁੰਦੀ ਹੈ। ਤਾਂ ਉਸ ਦੇ ਵਿੱਚ ਹੁਣ ਕੱਲ ਦੀ ਗੱਲ ਕੀਤੀ ਜਾਵੇ ਇੱਕ ਹੋਰ ਚੀਜ਼ ਐਡ ਹੋਈ, ਯਾਨੀ ਕਿ ਇੱਕ ਕਾਰ ਦਾ ਜ਼ਿਕਰ ਹੋਇਆ, ਲਾਲ ਕਾਰ, ਜਿਸ ਦਾ ਅਸੀਂ ਤੁਹਾਨੂੰ ਤਸਵੀਰਾਂ ਵੀ ਲਗਾਤਾਰ ਦਿਖਾ ਰਹੇ ਹਾਂ। ਤਾਂ ਇਹ ਕਾਰ ਪਹਿਲਾਂ ਸਰਚ ਕੀਤੀ ਜਾ ਰਹੀ ਸੀ ਔਰ ਮਿਲ ਗਈ, ਜਿਸ ਤੋਂ ਬਾਅਦ ਹੁਣ ਇਸ ਨੂੰ ਉੱਥੇ ਹੀ ਸਰਚ ਕੀਤਾ ਜਾ ਰਿਹਾ। हैदराबाद के खंडावली गांव में हमारी मौजूदगी है। ये वही गांव है जहां रेड कलर की इको स्पोर्ट बरामद हुई थी। आपको बता दें, उस रेड कलर की इको स्पोर्ट में आशंका थी कि इसमें विस्फोटक हो सकता है। NSG की टीम यहां पर आप देख सकते हैं इस गांव में, अब यहां से ये रवाना हो रही है NSG की ये टीम। इसमें देखिए यहाँ पर NSG के कमांडो पीछे की तरफ आपको दिखाई देंगे, यहाँ पर बैठे हुए हैं, जो यहाँ रात से ही डेरा डाले हुए थे। और देखिए NSG का ही यहाँ पर आपको एक बॉम्ब स्क्वाड यहाँ पर दिखाई देगा। ये तस्वीर आप देखिए, क्या निकला, क्या पता चला, ये जानकारी साझा होगी। यहाँ पर हरियाणा पुलिस के साथ साथ NSG की टीम को बुलाया गया था। यहाँ पर आप ये तस्वीर देख सकते हैं। अब यहाँ से जा रहे हैं सर आप? काम हो गया, यहाँ पर सब कुछ देख लिया? ओके सर, देख लिया। कुछ मिला अभी? साहब बताएगा, साहब बताएंगे। देखिए यहाँ पर ये बॉम्ब स्क्वाड है NSG की, ये यहाँ पर आप तस्वीर देख रहे हैं, क्योंकि I-20 में विस्फोटक था जिसका इस्तेमाल लाल किला ब्लास्ट में किया गया। और एक ये खबर आई कल की रेड कलर की इको स्पोर्ट है जो गायब है, उस पर भी नजर रखी जा रही है। उसका अलर्ट आया था, फिर शाम होते होते ये पता चला कि वो रेड कलर की इको स्पोर्ट जो है वो फरीदाबाद के एक गांव में ही है। फिर यहाँ पर डिप्लॉयमेंट हुआ, NSG की टीम यहाँ पर पहुंची। आप देख सकते हैं बॉम्ब डिस्पोजल इक्विपमेंट यहाँ पर हैं, और अब ये इस गांव से फिलहाल ये टीम रवाना हो रही है। इसके अलावा यहाँ पर आप तस्वीरों में देखेंगे जो NSG की
टीम है वो यहाँ से फिलहाल निकल रही है और यहाँ क्या मिला इसकी जानकारी सामने आएगी, लेकिन फिलहाल एनएसजी की टीम यहाँ से रवाना हो रही है। बहुत शंका थी कि वो गाड़ी कहाँ है, लगातार सवाल उठ रहे थे क्योंकि ये खतरा था कि वो गाड़ी में भी विस्फोटक हो सकता है और उमरुन नबी के नाम पर वो गाड़ी रजिस्टर्ड थी और उसकी तलाश लगातार चल रही थी, तो उसे फरीदाबाद के खंडवाली गांव में बरामद किया गया। फिलहाल यहां पर एनएसजी की टीम पहुंची है और अगर मैं आपको तस्वीर दिखाना चाहूं तो हरियाणा पुलिस भी आपको नजर आएगी। तो लगातार तफ्तीश चल रही है लाल किला ब्लास्ट मामले में। फरीदाबाद इसमें अहम इसलिए है क्योंकि फरीदाबाद में ही अब ये रेड कलर की इको स्पोर्ट्स मिली है। इसके अलावा अल-फलाह यूनिवर्सिटी इसी गांव इसी फरीदाबाद में है, यहां से कुछ किलोमीटर की दूरी धौज में ही अल-फलाह है जहां पर पूरी प्लानिंग इस हमले की रची गई। कई लोग इसमें अरेस्ट हैं, तो लगातार तफ्तीश आगे बढ़ रही है जैसे जैसे दिन इस पूरे मामले में गुजर रहे हैं। कैमरा पर्सन दिनेश नागर के साथ जावेद मंसूरी, न्यूज़ 18 इंडिया, फरीदाबाद। ਤਾਂ ਦਿੱਲੀ ਧਮਾਕੇ ਦਾ ਲਗਾਤਾਰ ਜ਼ਿਕਰ ਕਰ ਰਹੇ ਹਾਂ। ਉਸ ਮਾਮਲੇ ਦੇ ਵਿੱਚ ਇੱਕ ਹੋਰ ਡਾਕਟਰ ਪੁਲਿਸ ਹਿਰਾਸਤ ਦੇ ਵਿੱਚ ਹੈ। ਵੱਡੀ ਖਬਰ ਹੈ, ਦੱਸੀ ਕਿ ਅਨੰਤਨਾਗ ਤੋਂ ਦੱਸੀ ਕਿ ਡਾਕਟਰ ਮੁਜ਼ੱਫਰ ਅਹਿਮਦ ਨੂੰ ਫੜਿਆ ਗਿਆ ਹੈ। ਤਾਂ ਦਿੱਲੀ ਧਮਾਕੇ ਮਾਮਲੇ ਨੂੰ ਲੈ ਕੇ ਦੱਸੇ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਆਪਣੇ ਆਪ ਦੇ ਵਿੱਚ ਅਹਿਮ ਹੈ ਕਿ ਕਿਸ ਤਰੀਕੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਔਰ ਇੱਥੇ ਇੱਕ ਵੱਡੀ ਗ੍ਰਿਫਤਾਰੀ ਕਿਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਮਾਫ ਕਰਿਓ, ਫਿਲਹਾਲ ਹਿਰਾਸਤ 'ਚ ਲਿਆ ਗਿਆ ਡਾਕਟਰ ਮੁਜ਼ੱਫਰ ਅਹਿਮਦ ਹੈ ਔਰ लगातार जिन्ने भी हुण तक शक दे घेरे विच आए ने ये डॉक्टर ही ने और इस मामले दे विच अनंतनाग तो दस्सिए कि हिरासत च फड़िया गया लिया गया है डॉक्टर मुजफ्फर नूं और धमाका होया, वड्डा धमाका होया। किस किस दी शमूलियत है, किस किस ने मदद की, किस किस नूं जानकारी सी, ये लगातार खुलासे हो रहे हैं। ਤਾਂ ਦਿੱਲੀ ਧਮਾਕੇ ਵਾਲੀ ਥਾਂ ਦੇ ਨੇੜਿਓਂ ਬੋਡੀ ਪਾਰਟ ਮਿਲਿਆ ਹੈ। ਨਿਊ ਲਾਜਪਤ ਰਾਏ ਮਾਰਕੀਟ ਦੇ ਨੇੜੇ ਦੱਸਿਆ ਕਿ ਇੱਕ ਸਰੀਰਕ ਅੰਗ ਮਿਲਿਆ ਹੈ। ਟੀਨ ਸ਼ੈੱਡ ਤੇ ਇਹ ਮਿਲਿਆ ਹੈ ਮਨੁੱਖੀ ਸਰੀਰ ਦਾ ਅੰਗ। ਦੱਸਿਆ ਕਿ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ। ਤਾਂ ਇਹ ਜਾਣਕਾਰੀ ਬੀਤੇ ਦਿਨ ਵੀ ਜਿਹੜੀ ਸਾਹਮਣੇ ਆਈ ਔਰ ਵੱਖ-ਵੱਖ ਜਦੋਂ ਲੋਕ ਜਿਹੜੇ ਕਿ ਮੰਦਰ ਦੇ ਵਿੱਚ ਮੌਜੂਦ ਸੀ ਔਰ ਉਹ ਬਕਾਇਦਾ ਡਾਕਟਰ ਹੈ, ਹਸਪਤਾਲ ਵੀ ਉੱਥੇ ਹੀ ਮੌਜੂਦ ਹੈ, ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਖੁਦ ਆਪਣੀ ਛੱਤ ਤੇ ਵੇਖੇ ਕਿ ਕਿਵੇਂ ਬੋਡੀ ਪਾਰਟਸ ਪਏ ਹੋਏ ਸਨ। ਜਦੋਂ ਇੱਕਦਮ ਤੋਂ ਇਹ ਵੱਡਾ ਧਮਾਕਾ ਹੋਇਆ, ਗੱਡੀ ਦਾ ਹਿੱਸਾ ਵੀ ਇੱਕ ਜਿਹੜਾ ਉੱਥੇ ਆਇਆ ਸੀ। ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਬਹੁਤ ਹੀ ਝੰਜੋੜ ਕੇ ਰੱਖ ਦੇਣ ਵਾਲੀ ਇਹ ਤਸਵੀਰ ਹੈ ਕਿਉਂਕਿ ਇਸ ਤਰੀਕੇ ਦਾ ਵੀ ਮੰਜ਼ਰ ਦੇਖਣਾ ਹੋਏਗਾ ਇਹ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਔਰ ਕੋਈ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਕਿ ਇਸ ਤਰੀਕੇ ਦੀਆਂ ਤਸਵੀਰਾਂ ਸਾਨੂੰ ਵੇਖਣ ਨੂੰ ਮਿਲਣਗੀਆਂ ਕਦੇ। ਪਰ ਇਹ ਸਰੀਰਕ ਅੰਗ ਮਿਲ ਰਹੇ ਨੇ ਵੱਖੋ-ਵੱਖ ਥਾਈਂ ਤੋਂ। लाजपत राय मार्केट में है, न्यू लाजपत राय मार्केट जहां पर बम धमाका हुआ था वहां से महज 150 मीटर दूरी पर है। ये देखिए, इसके ठीक ऊपर टेन शेड पर हम दिखा रहे हैं आपको न्यूज़ 18 इंडिया के कैमरे पर। ये एक यहाँ पर ह्यूमन बॉडी का पार्ट यहाँ पर है। ये कहा जा रहा है कि ये हाथ है और इसीलिए यहाँ पर जो न्यू लाजपत राय मार्केट है उसके ठीक यहाँ पर जो मार्केट का गेट है उसके ठीक गेट के ऊपर आप देखेंगे यहाँ पर एक ह्यूमन बॉडी का ये पार्ट है। ये एक हाथ जैसी चीज़ लग रही है क्योंकि धमाका इतना तेज हुआ था। क्या वो धमाके का यहाँ तक पार्ट पहुँचा है? क्योंकि कई जगह पर ह्यूमन बॉडी के जो हिस्से थे वो गिरे हुए थे और इसीलिए हम आपको दिखा रहे हैं न्यूज़ 18 इंडिया के कैमरे पर। विशाल थोड़ा और क्लोज जाए इसको क्योंकि यहाँ पर अब पुलिस को पता चला है, जिसके बाद पुलिस यहाँ पर पहुँची है, लेकिन जो पार्ट है वो बिल्कुल जला हुआ जली कंडीशन में है और यहाँ पर कैसे वो पहुँचा है इसको लेकर इन्वेस्टिगेशन जारी होगी क्योंकि अभी आज ये लोगों ने देखा है, जिसके बाद यहाँ पर अब पुलिस अपना जो यहाँ पर कॉर्डन ऑफ उस पूरे एरिया को कर रही है क्योंकि सबसे अहम चीज़ हो जाता है क्योंकि ये इन्वेस्टिगेशन का पार्ट है। अभी अभी ये जानकारी यहाँ पर मिली, न्यूज़ 18 इंडिया की टीम यहाँ पर पहुँची, उसके बाद अब यहाँ पर आप देखेंगे कि कैसे ये यहाँ पर पार्ट जो है वो यहाँ पर दिखाई दिया है क्योंकि सबसे अहम चीज़ ये कि यहाँ पर जिस वक्त धमाका हुआ था 10 नवंबर की शाम को 6:55 के आसपास, तो उसके बाद धमाका इतना तेज़ था जिसकी गूंज आसपास के लोगों ने सुनी थी। उसके अलावा धमाके में कई लोगों के शरीर के जो हिस्से थे वो अलग अलग दूर जाकर गिरे थे और इसी वजह से ये सब हुआ था। उसके बाद कई जगह पर हिस्से जो है अगले दिन तक मिलते रहे थे। लाल किला के जो फ्रंट गेट है उसके आसपास भी दिखाई दिया था, मार्केट के अंदर एक आध जगह दिया था लेकिन दिखाई दिया था, लेकिन आज एक पार्ट
यहाँ पर चौथे दिन दिखाई दिया है। चौथे दिन ये हिस्सा यहाँ पर कैसे आया, क्या ये उसी का पार्ट है, इसको लेकर भी इन्वेस्टिगेशन होगी। दिल्ली पुलिस की यहाँ पर टीम पहुँची है। दिल्ली पुलिस यहाँ पर पूरे एरिया को उसने कॉर्डन ऑफ किया है ताकि लोगों को यहाँ से हटाया जाए, क्योंकि मार्केट का आज चौथा दिन है। मार्केट आज भी बंद रहेगी, लेकिन मार्केट के ठीक बाहर यहाँ पर ये सब दिखाई दे रहा है। दिल्ली पुलिस ने इस पूरे एरिया को कॉर्डन ऑफ किया है ताकि लोग इस जांच वाले हिस्से की तरफ ना आए। सबको यहाँ से हटाया जा रहा है ताकि इन्वेस्टिगेशन जो है वो क्लियरिटी यहाँ पर आ जाए, क्योंकि सबसे अहम चीज़ हो जाता है जब इस तरह के ह्यूमन बॉडी के पार्ट्स का मिलना। क्योंकि धमाके के वक्त अब तक 12 लोगों की इसमें मौत हो चुकी है, 30 से ज़्यादा लोग घायल हुए हैं, और इसी वजह से ये बॉडी के पार्ट्स अब यहाँ पर मिल रहे हैं। तो ये बॉडी पार्ट्स का यहाँ पर तक वहाँ से छिटक कर यहाँ तक पहुँचा है, तो बड़ी हैरानी वाली बात है। लेकिन अगर क्या कोई पक्षी लाया है या कोई जानवर इसे यहाँ तक लाया है, वो भी यहाँ पर फिलहाल जांच का हिस्सा होगा। लेकिन जिस तरह से धमाका तेज हुआ था, तेज ब्लास्ट हुआ था, उसके बाद ह्यूमन बॉडी के कई सारे पार्ट्स जो है इधर उधर बिखर गए थे, और यही चीज़ है कि यहाँ पर इसलिए दिल्ली पुलिस अब इन्वेस्टिगेट कर रही है, क्योंकि ये एक बड़ी खबर है। क्योंकि यहाँ पर जिस तरह से एक पूरा हमला हुआ था, आतंकी हमला, हमने शुरुआत से ही कह दिया था कि एक टेरर हमला है इसके पीछे, और उसके बाद अब यहाँ पर इस तरह से ह्यूमन बॉडी का पार्ट जो है वो यहाँ पर मिला है, जिसके लिए अब पुलिस के अधिकारियों को यहाँ पर बुलाया जाएगा। हालांकि अभी तक टीम के कोई अधिकारी यहाँ पर नहीं पहुँचे, क्योंकि अभी अभी ये सूचना मिली है, जिसके बाद अब यहाँ पर कई अधिकारियों को यहाँ पर पहुँचने के लिए कहा गया है। ऐसे ਨਾਲ जुड़ी अहम खबर है, दिल्ली धमाके दे मुलजम डॉक्टर उमर दी नवी सीसीटीवी सामने आई है। दस कि दिल्ली दी तुर्कमान गेट मस्जिद दे विच ਇਹ उमर दिखिया है। ਤਾਂ लाल किले दे बिल्कुल नेड़े तुर्कमान गेट है, मस्जिद है गेट दा, और दिल्ली पुलिस ने दस कि सीसीटीवी की पुष्टि कर दी है। तो उन्होंने पुष्टि की है कि ये उमर दी ही जी है वो सीसीटीवी है, और उससे दे विच नजर आया, क्योंकि लंबा समा वो गड्डी दे विच रहा है और ये सीसीटीवी देखने को मिली है। तो डॉक्टर उमर मुहम्मद जो मुलजम है, मुख मुलजम असी कह सकते हैं, क्योंकि हुण साफ तौर पर हो गया है कि अतवादी ये हमला सी, और ये सीसीटीवी दे विच नजर आ रहा है। तुर्कमान गेट है ये मस्जिद दे विच जो दिखिया है, और क्योंकि मस्जिद दे विच भी काफ़ी समा गड्डी रही है, ये मुलजम जिहड़ा है रहा है। तो नवी सीसीटीवी सामने आई है वक्खो वक् थाएं, क्योंकि हुण सारे कैमरे ਜਿਹੜੇ ਨੇ खंगाले जाएंगे, जिथों जिथों एग्जैक्ट पूरा रूट समझ आ गया है, सामने आ गया है कि किन्नी थावां ते कदों कदों कित्थे कित्थे ये डॉक्टर उमर गया है, मुलजम गया है, और गड्डी नूं लैके और खुद भी उत्थे नज़र आया। तो ये तस्वीर तुहानूं दिखा रहे हैं जो सीसीटीवी सामने आई है। उधर अतवादी डॉक्टर उमर दे मारे जाने की पुष्टि हो गई है। 10 नवंबर ਨੂੰ ਧਮਾਕੇ ਦੇ ਵਿੱਚ ਉਮਰ ਮਾਰਿਆ ਗਿਆ ਹੈ। डीएनए ਦੇ ਵਿੱਚ ਉਮਰ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। डीएनए ਟੈਸਟ ਦੇ ਨਾਲ ਦੱਸਦੇ ਕਿ ਉਮਰ ਦੀ ਲਾਸ਼ ਦੀ ਸ਼ਨਾਖਤ ਹੋ ਗਈ ਹੈ। ਧਮਾਕੇ ਦੇ ਵੇਲੇ ਕਾਰ ਦੇ ਵਿੱਚ ਹੀ ਮੌਜੂਦ ਸੀ ਡਾਕਟਰ ਉਮਰ। ਤਾਂ 10 ਨਵੰਬਰ ਨੂੰ ਉਮਰ ਨੇ ਹੀ ਇਹ ਬਲਾਸਟ ਕੀਤਾ। ਤਾਂ ਪੁਲਵਾਮਾ ਤੋਂ ਉਮਰ ਦੀ ਮਾਂ ਤੇ ਭਰਾ ਦੇ डीएनए ਸੈਂਪਲ ਲਏ ਗਏ ਸਨ, ਜਿਸ ਤੋਂ ਬਾਅਦ ਇਹ ਕਨਫਰਮੇਸ਼ਨ ਹੋ ਗਈ ਹੈ, ਇਹ ਸਾਫ਼ ਹੋ ਗਿਆ है कि उमर जो है मारिया गया है, जो मुख मुलजम सी, जो उस कार दे विच मौजूद सी जिसने ये धमाका किया। I-20 ਦੇ ਧਮਾਕਾ ਹੋ ਜਾਂਦਾ, I-20 ਦੇ ਵਿੱਚ ਧਮਾਕਾ ਹੋ ਜਾਂਦਾ और बेहद ही जोरदार ਧਮਾਕਾ ਹੋਇਆ ਹੈ। ਦੱਸਦੇ ਕਿ 20 ਤੋਂ ਵੱਧ ਜਿਹੜੀਆਂ ਗੱਡੀਆਂ ਨੇ ਉਸਦੇ ਪਰਖੱਚੇ ਉੱਡ ਗਏ, और ਦਹਿਸ਼ਤ ਦੇ ਵਿੱਚ ਲੋਕ ਆ ਗਏ। ਗੱਡੀਆਂ ਤੋਂ ਉਤਰ ਕੇ ਦੱਸਦੇ ਕਿ ਲੋਕ ਭੱਜਦੇ ਹੋਏ ਨਜ਼ਰ ਆਏ ਨੇ। ਲਾਲ ਕਿਲੇ ਦੇ ਸਾਹਮਣੇ ਧਮਾਕਾ ਹੋਇਆ ਸੀ, ਤਾਂ ਧਮਾਕੇ ਦੇ ਵਿੱਚ ਦੱਸਦੇ ਕਿ 12 ਲੋਕਾਂ ਦੀ ਮੌਤ ਹੋਈ ਹੈ। ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਹ ਘਟਨਾਕ੍ਰਮ, ਜਿਸ ਨੂੰ ਹੁਣ ਸਰਕਾਰ ਦੇ ਵੱਲੋਂ ਵੀ ਅੱਤਵਾਦੀ ਹਮਲਾ ਜਿਹੜਾ ਹੈ ਉਹ ਮੰਨ ਲਿਆ ਗਿਆ, ਜਾਂ ਕਹਿ ਲਈਏ ਕਿ ਪੁਸ਼ਟੀ ਉਸਦੀ ਕਰ ਦਿੱਤੀ ਗਈ ਹੈ। ਤਾਂ ਇਹ ਤਸਵੀਰਾਂ ਬਿਲਕੁਲ ਨੇੜੇ ਦੀ ਤਸਵੀਰ ਦਿਖਾ ਰਹੇ ਹਾਂ। ਹੁਣ ਤੱਕ सीसीटीवी सामने आईਆਂ ਸਨ, पर बेहद दूर ਦੀਆਂ ਸਨ, और ਇਸ ਦੇ ਵਿੱਚ ਸਾਫ਼ ਤੌਰ ਤੇ सीसीटीवी 'ਚ ਸਮਝਿਆ ਜਾ ਸਕਦਾ ਹੈ ਕਿ ਕਿਵੇਂ ਇਹ ਗੱਡੀ ਜਿਹੜੀ ਹੈ ਉਹ ਇੱਕਦਮ ਤੋਂ ਬਾਕੀ ਗੱਡੀਆਂ ਨੂੰ ਲਪੇਟ ਦੇ ਵਿੱਚ ਲੈਂਦੀ ਹੋਈ ਬਲਾਸਟ ਹੋ ਜਾਂਦੀ ਹੈ। ਇਸ ਦੇ ਵਿੱਚ ਡਾਕਟਰ ਉਮਰ ਬੈਠਾ ਹੋਇਆ ਸੀ, ਤਾਂ ਜਿਸ ਦੀ ਮੌਤ ਹੋਈ ਨਾਲ ਹੀ, और ਬਾਕੀ ਹੋਰਨਾਂ ਦੀ ਵੀ ਮੌਤ ਹੋਈ ਹੈ। ਇੱਕ ਵੱਡਾ ਘਾਟਾ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਪਿਆ, और ਇਹ ਅੱਤਵਾਦੀ ਹਮਲਾ ਹੋਇਆ ਤਾਂ ਧਮਾਕੇ ਦੀ ਨਜ਼ਦੀਕੀ ਬਿਲਕੁਲ ਇਹ ਵੀਡੀਓ ਵੇਖਣ ਨੂੰ ਮਿਲੀ, ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ, ਜਿਸ ਨੂੰ ਰੈੱਡ ਐਰੋ ਦੇ ਰਾਹੀਂ ਅਸੀਂ ਹਾਈਲਾਈਟ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਇਹ ਗੱਡੀ ਜਦੋਂ ਹੀ ਸਿਗਨਲ 'ਚ
ਅੱਗੇ ਵਧਦੀ ਹੈ ਤਾਂ ਬਿਲਕੁਲ ਜ਼ੋਰਦਾਰ ਧਮਾਕਾ ਹੁੰਦਾ ਹੈ। ਸੀਸੀਟੀਵੀ ਦੇ ਵਿੱਚ ਇਹ ਘਟਨਾਕ੍ਰਮ ਜਿਹੜਾ ਹੈ ਉਹ ਸਾਰਾ ਕੈਦ ਹੋਇਆ। ਅੱਗੇ ਵਧਦੇ ਹਾਂ ਤਾਂ ਅੱਤਵਾਦੀ ਡਾਕਟਰ ਉਮਰ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਹੋ ਗਈ ਹੈ। 10 ਨਵੰਬਰ ਨੂੰ ਦੱਸਦੀ ਹੈ ਕਿ ਧਮਾਕੇ ਦੇ ਵਿੱਚ ਉਮਰ ਮਾਰਿਆ ਗਿਆ ਹੈ ਤੇ ਡੀਐਨਏ ਦੇ ਵਿੱਚ ਉਮਰ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਡੀਐਨਏ ਟੈਸਟ ਦੇ ਨਾਲ ਦੱਸਦੀ ਕਿ ਉਮਰ ਦੀ ਲਾਸ਼ ਦੀ ਸ਼ਨਾਖਤ ਹੋ ਗਈ ਹੈ ਔਰ ਧਮਾਕੇ ਦੇ ਵੇਲੇ ਕਾਰ ਦੇ ਵਿੱਚ ਹੀ ਮੌਜੂਦ ਸੀ ਔਰ 10 ਨਵੰਬਰ ਨੂੰ ਦੱਸਦੀ ਹੈ ਕਿ ਕਾਰ ਦੇ ਵਿੱਚ ਬਲਾਸਟ ਹੋਇਆ ਹੈ ਤਾਂ ਪੁਲਵਾਮਾ ਤੋਂ ਉਮਰ ਦੀ ਮਾਂ ਦੀ ਔਰ ਭਰਾ ਦੇ ਡੀਐਨਏ ਸੈਂਪਲ ਲਏ ਗਏ ਸਨ, ਜਿਸ ਤੋਂ ਬਾਅਦ ਇਹ ਪੁਸ਼ਟੀ ਹੁੰਦੀ ਹੈ ਤਾਂ ਅੱਤਵਾਦੀ ਉਮਰ ਕਾਰ ਚਲਾ ਰਿਹਾ ਸੀ, ਯਾਨੀ ਕਿ ਇਹ ਸਿੱਧੇ ਤੌਰ ਤੇ ਜਿਹੜਾ ਹੈ ਇਹ ਬਲਾਸਟ ਉਸ ਦੇ ਵੱਲੋਂ ਕੀਤਾ ਗਿਆ, ਸੋਚੀ ਸਮਝੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ। ਤਾਂ दीपक बिष्ट मेरे सहयोगी फोन लाइन पे नहीं। दीपक, क्या कुछ जानकारी, हालांकि शुरुआती जांच में जानकारी में यही सामने आया था कि उस कार में डॉक्टर उमर ही था, अब पुष्टि हो चुकी है। देखिए, बिल्कुल सूत्रों के मुताबिक शुरुआत से लगातार हम ये बता रहे थे कि जिस कार में धमाका किया गया वो डॉक्टर उमर था और डॉक्टर उमर के लिंक फरीदाबाद में जैश के लिंक के साथ मैच इसलिए कर रहे थे क्योंकि फरीदाबाद में एक भारी विस्फोटक में जो गिरफ्तारी हुई थी डॉक्टर मुजम्मिल की और सहारनपुर से जो डॉक्टर आदिल गिरफ्तार हुआ था, इसमें डॉक्टर उमर का नाम भी आ रहा था। इसलिए उमर की जो फोटोग्राफ कुछ सीसीटीवी फुटेज में मैच हो रही थी, लेकिन उसका डीएनए कंफर्म इसलिए करना था क्योंकि गाड़ी उसी वक्त वही चला रहा था या नहीं चला रहा था। लेकिन सूत्र बता